ਅੱਜ ਮੋਗਾ ਵਿਖੇ ਆਮ ਆਦਮੀ ਪਾਰਟੀ ਦੇ ਨਵਦੀਪ ਸੰਘਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਨੈਸ਼ਨਲ ਹਾਈਵੇ 105 ਵੀ ਜੋ ਕਿ ਅੰਮ੍ਰਿਤਸਰ ਬਠਿੰਡਾ ਤੋਂ ਕੋਟਕਪੂਰਾ ਹੋ ਕੇ ਬਣਨ ਵਾਲਾ ਹੈ ਉਸ ਵਿੱਚ ਭੂ ਮਾਫੀਆ ਪੂਰੀ ਤਰ੍ਹਾਂ ਸਰਗਰਮ ਹੈ, ਜਿਸ ਦੀ ਜਾਂਚ ਦੀ ਮੰਗ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਸਾਡੇ ਕੋਲ ਕਈ ਸ਼ਿਕਾਇਤਾਂ ਆਈਆਂ ਹਨ, ਜਿਵੇਂ ਕਿ ਇੱਕ ਦਿਨ ਵਿੱਚ ਹੀ ਪਾਵਰ ਆਫ ਅਟਰਨੀ ਦਾ ਬਣਨਾ, ਉਸੇ ਦਿਨ ਰਜਿਸਟਰੀਆਂ ਕਰਵਾਉਣਾ ਅਤੇ ਉਸੇ ਹੀ ਦਿਨ ਇੰਤਕਾਲ ਹੋ ਜਾਣਾ। ਇਹ ਸਭ ਉੱਚ ਅਫਸਰਾਂ ਦੀ ਮਿਲੀ ਭੁਗਤ ਨਾਲ ਹੀ ਹੋ ਸਕਦਾ ਹੈ। ਇਸ ਤਰ੍ਹਾਂ ਦੀਆਂ ਕਾਫੀ ਮੁਸ਼ਕਲਾਂ ਸਾਡੇ ਦਫ਼ਤਰ ਵਿਖੇ ਆਈਆਂ ਪਈਆਂ ਹਨ। ਸੰਘਾ ਸਾਹਿਬ ਪ੍ਰੈਸ ਕਾਨਫਰੰਸ ਅੱਜ ਕੀਤੀ ਜਾ ਰਹੀ ਹੈ, ਕਿਸ ਸੰਬੰਧ ਚੱਲੀ ਹੈ? ਸਾਰਿਆਂ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਬੜੇ ਸ਼ਾਰਟ ਨੋਟਿਸ ਤੇ ਤੁਸੀਂ ਸਾਰੇ ਆਏ ਹੋ ਤੇ ਜਿਵੇਂ ਕਿ ਤੁਹਾਨੂੰ ਪਤਾ ਪਿਛਲੇ ਕੁਝ ਦਿਨਾਂ ਤੋਂ ਕਾਫੀ ਅਖਬਾਰਾਂ ਦੇ ਵਿੱਚ ਨਿਊਜ਼ਪੇਪਰਸ ਦੇ ਵਿੱਚ ਮੋਗੇ ਦੇ ਵਿੱਚ ਜਿਹੜਾ ਇੱਕ ਨੈਸ਼ਨਲ ਹਾਈਵੇ 4 ਮਾਰਗੀ ਸੜਕ 105 ਵੀ ਜਿਹਨੇ ਅੱਗੇ ਜਾ ਕੇ ਅੰਮ੍ਰਿਤਸਰ ਬਠਿੰਡਾ ਰੋਡ ਨੂੰ ਕਨੈਕਟ ਹੋਣਾ ਉਹ ਨਿਕਲ ਰਹੀ ਹੈ ਤੇ ਉਹਦਾ ਕਾਫੀ ਰੌਲਾ ਜਿਹੜਾ ਹੈਗਾ ਅਖਬਾਰਾਂ ਦੇ ਵਿੱਚ ਪਿਆ ਹੋਇਆ। ਉਹਦੇ ਸੰਬੰਧ ਦੇ ਵਿੱਚ ਅੱਜ ਜਿਹੜੀ ਹੈਗੀ ਹੈ ਪ੍ਰੈਸ ਕਾਨਫਰੰਸ ਬੁਲਾਈ ਸੀਗੀ, ਕਿਉਂਕਿ ਬਹੁਤ ਸਾਰੇ ਅਫੈਕਟਡ ਫੈਮਲੀਜ਼ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਫੈਮਲੀ ਸੰਪ੍ਰੀਤ ਸਿੰਘ ਸਨ ਆਫ ਹਰਦੀਪ ਸਿੰਘ ਔਰ ਮਾਤਾ ਜੀ ਮਨਜੀਤ ਕੌਰ, ਇਹ ਬਸਤੀ ਜਿਹੜੀ ਹੈਗੀ ਹੈ ਬੱਗਿਆਣਾ ਬਸਤੀ ਦੇ ਰਹਿਣ ਵਾਲੇ ਹੈ। ਇਹਨਾਂ ਦੀ ਵੀ ਪ੍ਰਾਪਰਟੀ ਉਹਦੇ ਵਿੱਚ ਆਈ ਹੈਗੀ ਹੈ। ਤੋਂ ਸਭ ਤੋਂ ਵੱਡੀ ਗੱਲ ਇਹ ਹੈ ਇਹਦੇ ਵਿੱਚ ਸੋਚਣ ਵਾਲੀ ਕਿ ਜਿਹੜਾ ਪ੍ਰੀ ਨੋਟੀਫਿਕੇਸ਼ਨ ਜਿਹੜਾ ਅੰਡਰ ਆਪਣਾ ਨੈਸ਼ਨਲ ਹਾਈਵੇ ਐਕਟ 1956 ਦੇ ਅੰਡਰ ਜਿਹੜਾ ਪਹਿਲਾ ਪ੍ਰੀ ਨੋਟੀਫਿਕੇਸ਼ਨ ਹੋਇਆ ਉਹ ਜਨਵਰੀ ਦੇ ਪਹਿਲੇ ਹਫਤੇ ਹੋ ਗਿਆ ਸੀਗਾ। ਔਰ ਜਦੋਂ ਪ੍ਰੀ ਨੋਟੀਫਿਕੇਸ਼ਨ ਇਸ਼ੂ ਹੋ ਜਾਂਦਾ ਤਾਂ ਅਕੋਰਡਿੰਗ ਟੂ ਲਾ ਮੇਰੇ ਖਿਆਲ ਕੋਈ ਵੀ ਜਿਹੜਾ ਹੈਗਾ ਟਾਈਟਲ ਜਾਂ ਸੇਲ ਡੀਡ ਆ ਜਿਹੜੀ ਨਹੀਂ ਹੋ ਸਕਦੀ। ਸੋ ਇਹਨਾਂ ਦੀ ਜਿਹੜੀ ਇੱਕ ਪਾਵਰ ਆਫ ਟਰਨੀ ਆ ਆਫਟਰ ਪ੍ਰੀ ਨੋਟੀਫਿਕੇਸ਼ਨ ਇੱਕ ਬਣੀ ਹੈ, ਸੰਪ੍ਰੀਤ ਜੀ ਵੱਲੋਂ ਬਣਾਈ ਗਈ ਹੈ। ਇਹਨੂੰ ਲਿਜਾ ਕੇ ਕਚਹਿਰੀਆਂ ਦੇ ਵਿੱਚ 17/2/2020 ਨੂੰ ਬਣਾਈ ਗਈ ਹੈ ਔਰ 17/2/2020 ਨੂੰ ਹੀ ਉਹਦੀ ਰਜਿਸਟਰੀ ਹੋ ਜਾਂਦੀ ਹੈ। ਉਸੇ ਦਿਨ ਹੀ ਉਹਦੀ ਜਿਹੜੀ ਹੈਗੀ ਹੈ ਜਮ੍ਹਾਂਬੰਦੀ ਔਰ ਇੰਤਕਾਲ ਜਿਹੜਾ ਹੈਗਾ ਨਿਕਲਦਾ ਹੈਗਾ। ਇਹਦੇ 'ਚ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ, ਇੱਕ ਤਾਂ ਇਹ ਚੀਜ਼ ਹੋ ਗਈ ਕਿ ਇਹਨਾਂ ਨੂੰ ਧੋਖੇ ਦੇ ਨਾਲ ਜਿਹੜੀ ਪਹਿਲਾਂ ਪ੍ਰਾਪਰਟੀ ਸੀਗੀ ਆਪਦੇ ਨਾਮ ਕਰਵਾ ਲਈ ਔਰ ਉਸ ਤੋਂ ਬਾਅਦ ਇਹ ਜਿਹੜੀ ਹੈਗੀ ਹੈ ਗਵਰਨਮੈਂਟ ਨੇ ਜਿਹੜੀ ਕੰਪਨਸੇਸ਼ਨ ਦੇਣੀ ਹੈ ਜਿਹਦੇ ਮੁਤਾਬਕ ਰੀਹੈਬਿਲਿਟੇਸ਼ਨ ਐਂਡ ਰੀਸੈਟਲਮੈਂਟ ਐਕਟ 2013 ਜਿਹੜਾ ਹੈਗਾ ਉਹਦੇ ਵਿੱਚ ਜਿਹੜਾ ਉਜਾੜਾ ਭੱਤਾ ਮਿਲਦਾ ਐਗਰੀਕਲਚਰ ਲੈਂਡ ਦੀ ਜਿੰਨੀ ਮਾਰਕੀਟ ਵੈਲਿਊ ਆ ਉਹਦੀ 100 ਗੁਣਾ, ਉਸੇ ਤਰ੍ਹਾਂ ਕਮਰਸ਼ੀਅਲ ਦੀ ਵੀ 100 ਗੁਣਾ ਮਿਲਦੀ ਹੈ। ਫਰਜ਼ ਕਰ ਲਓ ਕਰੋੜ ਦੇ ਨਾਲ ਕਰੋੜ ਹੋਰ ਮਿਲਣਾ। ਜਿਹੜੀ ਇਹਨਾਂ ਦੀ ਪ੍ਰਾਪਰਟੀ ਸੀਗੀ ਇਹਨਾਂ ਤੋਂ ਸਿਰਫ 61 ਲੱਖ ਦਾ ਇਹਨਾਂ ਨਾਲ ਸੌਦਾ ਕੀਤਾ ਗਿਆ ਇਹਨਾਂ ਦੇ ਕਹਿਣ ਦੇ ਮੁਤਾਬਕ ਔਰ ਉਹਦੇ ਵਿੱਚ ਜਿਹੜੀ ਜ਼ਮੀਨ ਸੀਗੀ ਉਹਦੇ ਤੇ ਇੱਕ ਬੈਂਕ ਦੀ ਲਿਮਟ ਚੱਲਦੀ ਸੀ ਜਿਹੜੀ ਗੁਰੂ ਨਾਨਕ ਕਾਲਜ ਦੇ ਨੇੜੇ ਇੱਕ ਬੈਂਕ ਹੈ, ਆਈ ਥਿੰਕ ਪੰਜਾਬ ਐਂਡ ਸਿੰਧ ਬੈਂਕ। ਉਹ ਬੈਂਕ ਦੇ ਵਿੱਚ ਸਿਰਫ ਉਹਨਾਂ ਨੇ 10 ਲੱਖ ਰੁਪਈਆ ਜਮ੍ਹਾਂ ਕਰਾਇਆ। ਉਹ ਜਮ੍ਹਾਂ ਕਰਾਉਣਾ ਮੈਂ ਸਮਝਦਾ ਇਸ ਕਰਕੇ ਮਜਬੂਰੀ ਸੀ ਕਿ ਜਿੰਨਾ ਚਿਰ ਲੈਂਡ ਕਲੀਅਰ ਨਾ ਹੋਵੇ ਸ਼ਾਇਦ ਰਜਿਸਟਰੀ ਨਹੀਂ ਹੁੰਦੀ, ਇਸ ਕਰਕੇ ਸਿਰਫ ਉਹਨਾਂ ਨੇ ਉਹਦੇ 'ਚ 10 ਲੱਖ ਰੁਪਈਆ ਜਮ੍ਹਾਂ ਕਰਾਇਆ। ਜਿਹੜੇ ਕਿ ਬਾਕੀ ਦੇ ਪੈਸੇ ਵੀ ਇਹਨਾਂ ਨੂੰ ਬਣਦੇ ਸੀ ਉਹ ਨਹੀਂ ਮਿਲੇਗੇ। ਹੁਣ ਜਦੋਂ ਤੱਕ ਸਾਡੇ ਧਿਆਨ ਦੇ ਵਿੱਚ ਇਹ ਗੱਲ ਆਈ ਹੈਗੀ ਆ ਔਰ ਇਸ ਤਰ੍ਹਾਂ ਦੇ ਬਹੁਤ ਸਾਰੇ ਹੋਰ ਫੈਮਲੀਜ਼ ਆ ਜਿਹੜੀਆਂ ਅਫੈਕਟਡ ਹੋਈਆਂ, ਇਹਨਾਂ ਨੇ ਸਭ ਤੋਂ ਪਹਿਲਾਂ ਜਦੋਂ ਇਹਨਾਂ ਦੀ ਸਾਰੀ ਲੈਂਡ ਦੇ ਵਿੱਚ ਮੇਜਰ ਪੋਰਸ਼ਨ ਹੈ ਜਿਹੜਾ ਉਹ ਐਗਰੀਕਲਚਰ ਲੈਂਡ ਹੈ, ਜਿਹੜੀ ਲੋਹਾਰਾ ਤੋਂ ਲੈ ਕੇ ਧੱਲੇ ਕੇ ਦੁੰਨੇ ਕੇ ਹੁੰਦੀ ਹੋਈ ਅਗਲੇ ਜਿਹੜੇ ਬਠਿੰਡਾ ਅੰਮ੍ਰਿਤਸਰ ਤੱਕ ਕਨੈਕਸ਼ਨ ਹੋਣਾ ਉਹਦੇ 'ਚ ਮੇਜਰ ਪੋਰਸ਼ਨ ਹੈ ਜਿਹੜਾ ਉਹ ਐਗਰੀਕਲਚਰ ਲੈਂਡ ਦਾ। ਪਰ ਉਹਦੇ ਵਿੱਚ ਕੀ ਹੋ ਰਿਹਾ ਉਹ CLU ਮਤਲਬ ਕਿ ਉਹਦੀ ਲੈਂਡ ਯੂਜ਼ ਕੀਤਾ ਜਾ ਰਿਹਾ, ਉਹਨੂੰ ਕਮਰਸ਼ੀਅਲ ਬਣਾਇਆ ਜਾ ਰਿਹਾ। ਔਰ ਦੇਖੋ ਜਿੱਥੇ ਜਿਹੜੀ ਉਜਾੜਾ ਭੱਤਾ ਜਦੋਂ ਮਿਲਦਾ ਤੇ ਉਹ ਬੰਦਾ ਜਦੋਂ ਅੱਗੇ ਜਾ ਕੇ ਰਜਿਸਟਰੀ ਕਰਾਉਂਦਾ ਤਾਂ ਉਹ ਰਜਿਸਟਰੀ ਦੇ ਵੀ ਪੈਸੇ ਨਹੀਂ ਦੇਣੇ ਪੈਂਦੇ ਉਹਨੂੰ। ਤੁਸੀਂ ਦੇਖੋ ਇਹਦੇ ਵਿੱਚ ਸਰਕਾਰ ਨੂੰ ਕਿੰਨੇ ਦਾ ਚੂਨਾ ਲਾ ਰਹੇ ਆ। ਜਿਹੜੀ ਪ੍ਰਾਪਰਟੀ ਦੇ ਵਿੱਚ ਅੱਜ ਸਰਕਾਰ ਨੂੰ ਪੈਸਾ ਦੇਣਾ ਪੈ ਰਿਹਾ ਹੈਗਾ ਉਹ ਪੈਸਾ ਤੁਹਾਡਾ ਮੇਰਾ ਜਿਹੜਾ ਆਪਾਂ ਸਰਕਾਰਾਂ ਨੂੰ ਟੈਕਸ ਦੇ ਰੂਪ ਦੇ ਵਿੱਚ ਦਿੰਦੇ ਆ, ਅੱਜ ਉਸੇ ਪੈਸੇ ਨੂੰ ਦੋ ਵਾਰੀ ਚੂਨਾ ਲੱਗ ਰਿਹਾ। ਪਹਿਲਾਂ ਜਦੋਂ ਉਹ ਲੈਂਡ ਯੂਜ਼ ਹੋ ਗਈ CLU ਦੇ ਵਿੱਚ ਕਮਰਸ਼ੀਅਲ ਲੈਂਡ ਹੋ ਗਈ, ਫਿਰ ਉਸ ਤੋਂ ਬਾਅਦ ਜਦੋਂ ਲੈਂਡ ਟ੍ਰਾਂਸਫਰ ਹੋ ਗਈ, ਜਦੋਂ ਅਗਲੀ ਜਾ ਕੇ ਉਹਨਾਂ ਨੇ ਲੈਂਡ ਖਰੀਦਣੀ ਹੈ ਤਾਂ ਉਹਦੇ ਤੇ ਕੋਈ ਵੀ ਮਤਲਬ ਕਿ ਰਜਿਸਟਰੀ ਦਾ ਖਰਚਾ ਨਹੀਂ ਪੈਂਦਾ। ਸੋ ਇਸ ਕਰਕੇ ਅੱਜ ਸੰਪ੍ਰੀਤ ਲੜਕਾ ਜਿਹਦੇ ਤੋਂ ਇਹ ਪਾਵਰ ਆਫ ਟਰਨੀ ਬਣਾਈ ਗਈ ਔਰ ਉਸ ਤੋਂ ਬਾਅਦ ਉਹਦੀ ਰਜਿਸਟਰੀ ਹੈ ਜਿਹੜੀ ਅੱਗੇ ਕਰਵਾਈ ਗਈ ਹੈਗੀ ਆ, ਜਿਹੜੀ ਕਿ ਆਫਟਰ ਨੋਟੀਫਿਕੇਸ਼ਨ ਹੋਈ ਹੈ, ਇੱਕ ਜਾਂਚ ਦਾ ਵਿਸ਼ਾ ਬਣ ਚੁੱਕਾ ਹੈ ਇਹ ਸਾਰਾ ਜਿਹੜਾ ਇਹ ਸਕੈਮ ਹੈ। ਔਰ ਮੋਗੇ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਹੈਗਾ ਸਕੈਂਡਲਸ ਦੀ ਧਰਤੀ ਮੋਗਾ ਬਣ ਚੁੱਕਾ। ਕਦੇ ਇੱਥੇ ਸੈਕਸ ਸਕੈਂਡਲ ਹੁੰਦਾ, ਕਦੇ ਇੱਥੇ ਲੈਂਡ ਸਕੈਮ ਸਕੈਂਡਲ ਹੁੰਦਾ, ਕਦੇ ਪਾਸਪੋਰਟ ਸਕੈਂਡਲ ਹੁੰਦਾ, ਕਦੇ ਗੱਡੀਆਂ ਦੀਆਂ ਆਰਸੀਆਂ ਦਾ ਸਕੈਂਡਲ ਹੁੰਦਾ। ਸੋ ਕਿਤੇ ਪੰਜਾਬ ਤੋਂ ਬਾਹਰ ਜਾਈਏ ਤੇ ਅਗਲੇ ਨੂੰ ਪੁੱਛੀਦਾ ਬਈ ਅਗਲਾ ਪੁੱਛਦਾ ਕਿੱਥੋਂ ਆਏ ਆ, ਪੰਜਾਬ ਤੋਂ ਜਦੋਂ ਦੱਸੀਦਾ ਮੋਗੇ ਤੋਂ ਆਏ ਤਾਂ ਅਗਲਾ ਕਹਿੰਦਾ ਉਹ ਸਕੈਂਡਲਾਂ ਵਾਲਾ ਮੋਗਾ। ਮਿਲ ਕੇ ਪਿਛਲੇ 20 ਸਾਲਾਂ ਤੋਂ ਇੰਨਾ ਕੁ ਸਿਸਟਮ ਇੱਥੇ ਹੋ ਚੁੱਕਾ ਡਿਸਟਰਬ, ਡੇ ਬਾਈ ਡੇ ਕੋਈ ਨਾ ਕੋਈ ਘਪਲੇ ਸਾਹਮਣੇ ਆ ਰਹੇ। ਕਿੰਨੀ ਲੈਂਡ ਕਿੰਨੀ ਸੀ ਇਹਨਾਂ ਦੀ?
2.5 ਕਿੱਲੇ ਜ਼ਮੀਨ ਸੀ। ਚੀਮਾ ਸਾਹਿਬ ਵੱਲੋਂ ਪ੍ਰੈਸ ਕਾਨਫਰੰਸ ਲਿਮਟ ਕਿੰਨੀ ਸੀ ਇਹਨਾਂ ਦੀ? ਲਿਮਟ ਇਹਨਾਂ ਦੀ 12 ਲੱਖ ਦੀ ਲਿਮਟ ਸੀ, ਉਹਦੇ ਚੋਂ 2 ਲੱਖ ਮਾਫ ਹੋ ਗਿਆ, 10 ਲੱਖ ਰੁਪਈਆ ਰਹਿ ਸੰਘਾ ਗਿਆ। ਸਾਹਿਬ ਚੀਮਾ ਸਾਹਿਬ ਵੱਲੋਂ ਪ੍ਰੈਸ ਕਾਨਫਰੰਸ ਕੱਲ ਕੀਤੀ ਗਈ ਹੈ, ਵਿਧਾਇਕ ਤੇ ਵੀ ਆਰੋਪ ਲੱਗ ਰਿਹਾ, ਵਿਧਾਇਕ ਨਾਲ ਕੀ ਕੋਈ ਇਹਨਾਂ ਦੀ ਗੱਲਬਾਤ ਹੈ ਕਿੱਦਾਂ? ਦੇਖੋ ਉਹ ਜਿਹੜਾ ਹੈਗਾ ਇਟਸ ਪਾਰਟ ਆਫ ਇਨਵੈਸਟੀਗੇਸ਼ਨ, ਚਾਹੇ ਡਿਪਾਰਟਮੈਂਟਲ ਇਨਕੁਆਇਰੀ ਹੋਵੇ ਚਾਹੇ ਕਿਤੇ ਵੀ ਹੈ, ਕਿਉਂਕਿ ਕਿਤੇ ਨਾ ਕਿਤੇ ਨੀਅਰ ਐਂਡ ਡੀਅਰ ਵਨਸ ਜਿਹੜੇ ਜਦੋਂ ਨੋਟੀਫਿਕੇਸ਼ਨ ਹੋਇਆ ਉਦੋਂ ਨੀਅਰ ਐਂਡ ਡੀਅਰ ਵਨਸ ਨੇ ਬਹੁਤ ਸਾਰੀਆਂ ਰਜਿਸਟਰੀਆਂ ਕਰਾਈਆਂ, ਕਿਤੇ ਨਾ ਕਿਤੇ ਇਹਦੇ ਵਿੱਚ ਜਿਹੜੇ ਅਫਸਰਸ਼ਾਹੀ ਆ ਉਹਦਾ ਵੀ ਹੱਥ ਹੈ, ਕਿਤੇ ਨਾ ਕੋਈ ਪੋਲੀਟੀਕਲ ਪਰਸਨੈਲਿਟੀਜ਼ ਦਾ ਵੀ ਹੱਥ। ਟੋਟਲ ਕਿੰਨੀਆਂ ਫੈਮਲੀਆਂ ਹੋਣਗੀਆਂ ਤੁਹਾਡੇ ਕੋਲ? ਆਲਮੋਸਟ ਜਿਹੜੀਆਂ ਰਜਿਸਟਰੀਆਂ ਦਾ ਧਿਆਨ ਆਇਆ 50 ਪਲੱਸ ਆ ਜਿਹੜੀਆਂ ਨਵੰਬਰ ਤੋਂ ਬਾਅਦ ਹੁਣ ਤੱਕ ਨਹੀਂ। ਤੁਹਾਡੇ ਕੋਲ ਕਿੰਨੇ ਇੱਥੇ ਪੀੜਤਾਂ ਨੇ ਅਪਰੋਚ ਕੀਤੀ ਹੈਗੀ ਆ, ਔਰ ਜਿਹੜੀ ਜ਼ਮੀਨ ਜਿਹੜੀ ਇਹਨਾਂ ਦੇ ਵੇਚੀ ਹੈਗੀ ਆ, ਔਰ ਖਰੀਦਣ ਵਾਲਾ ਕੌਣ ਹੈਗਾ? ਅਕਸਰ ਰਜਾਮੰਦੀ ਨਾਲ ਇਹਨਾਂ ਨੇ ਵੇਚੀ ਹੋਊਗੀ, ਕੀ ਹੈਗਾ? ਦੇਖੋ ਉਹਦੇ ਚ ਦੋ ਚੀਜ਼ਾਂ ਨੇ। ਅੱਜ ਜਿਹੜੀ ਲੈਂਡ ਹੈਗੀ ਹੈ, ਜਦੋਂ ਨੋਟੀਫਿਕੇਸ਼ਨ ਹੁੰਦਾ, ਪ੍ਰੀ ਨੋਟੀਫਿਕੇਸ਼ਨ ਹੁੰਦਾ, ਉਸ ਤੋਂ ਬਾਅਦ ਲੈਂਡ ਖਰੀਦੀ ਜਾ ਰਹੀ ਹੈ ਔਰ ਇਹਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਵੀ ਤੁਹਾਨੂੰ ਅਸੀਂ ਪੈਸੇ ਦੇ ਰਹੇ ਹਾਂ ਇੰਨੇ। ਐਕਚੁਅਲੀ ਅੱਜ ਕੱਲ ਇਹਨਾਂ ਨੂੰ ਇਹ ਪਤਾ ਨਹੀਂ ਸੀ ਵੀ ਸਾਡੀ ਜਗ੍ਹਾ ਦੇ ਵਿੱਚੋਂ ਲੈਂਡ ਨਿਕਲ ਰਹੀ ਹੈ। ਸਭ ਤੋਂ ਮਾੜਾ ਸਿਸਟਮ ਇਹ ਹੈਗਾ, ਮੈਂ ਇੱਕ ਐਡਵਾਈਸ ਵੀ ਦੇਣੀ ਚਾਹੁੰਦਾ, ਚਾਹੇ ਗਵਰਨਮੈਂਟ ਆਫ ਪੰਜਾਬ ਵੀ ਜਿਹੜਾ ਇਹ ਜਿਹੜੀ ਅਕਵਾਇਰ ਕਰਨੀ ਹੁੰਦੀ ਹੈ ਉਹਦਾ ਬਕਾਇਦਾ ਪਿੰਡ ਜਾ ਕੇ ਨੋਟੀਫਿਕੇਸ਼ਨ ਲੱਗਣਾ ਚਾਹੀਦਾ। ਪਿੰਡ ਜਾ ਕੇ ਤਹਿਸੀਲਦਾਰ ਪਟਵਾਰੀ ਅਨਾਉਂਸਮੈਂਟਾਂ ਕਰਨ ਵੀ ਤੁਹਾਡੇ ਇੱਥੋਂ ਨਿਕਲ ਰਿਹਾ। ਇਹ ਬੜੇ ਲੰਮੇ ਸਮੇਂ ਤੋਂ ਘਪਲੇ ਚੱਲ ਰਹੇ ਆ, ਚਾਹੇ ਪਿਛਲੀਆਂ ਸਰਕਾਰਾਂ ਰਹੀਆਂ ਚਾਹੇ ਹੁਣ। ਜਿਹੜੀਆਂ ਰਾਜਨੀਤਿਕ ਹਸਤੀਆਂ ਨੇ, ਜਿਹੜੀ ਅਫਸਰਸ਼ਾਹੀ ਆ, ਬਿਊਰੋਕ੍ਰੇਸੀ ਆ, ਉਹ ਇਹਦੇ ਵਿੱਚ ਹਾਵੀ ਆ। ਆਪਦੇ ਮੁਤਾਬਕ ਉਹ ਜਿਹੜਾ ਹੈਗਾ ਲੈਂਡ ਅਕਵਾਇਰ ਕਰਕੇ ਕਰਵਾ ਕੇ ਤੇ ਸੰਗਤ ਸਾਹਿਬ ਇਹਨਾਂ ਨਾਲ ਧੋਖਾ ਕਿਵੇਂ ਹੋਇਆ? ਕਿਉਂਕਿ ਇਹਨਾਂ ਦੀ ਮਰਜ਼ੀ ਨਾਲ ਲੈਂਡ ਵੇਚੀ ਗਈ। ਐਗਰੀਮੈਂਟ ਕਰਨ ਹੋਇਆ ਨਾ ਜੀ? ਬਿਲਕੁਲ ਹੋਇਆ, ਐਗਰੀਮੈਂਟ ਹੋਇਆ। ਇਹਨਾਂ ਨੇ ਆਪਦੀ ਸੇਲ ਦੀ ਜਿਹੜੀ ਇਹਨਾਂ ਤੋਂ ਪਾਵਰ ਆਫ ਅਟਾਰਨੀ ਲਈ ਗਈ ਹੈਗੀ ਆ। ਪਰ ਤੁਸੀਂ ਮੈਨੂੰ ਦੱਸੋ ਬਈ, ਅੱਜ ਆਮ ਬੰਦਾ ਜਦੋਂ ਇੱਕ ਰਜਿਸਟਰੀ ਕਰਵਾਉਂਦਾ ਤਾਂ ਤੁਸੀਂ ਵੀ ਕਿਤੇ ਨਾ ਕਿਤੇ ਆਪਦੇ ਪਲਾਟਾਂ ਘਰਾਂ ਦੀਆਂ ਰਜਿਸਟਰੀਆਂ ਕਰਾਈਆਂ ਹੋਣਗੀਆਂ। ਰਜਿਸਟਰੀ ਕਰਵਾਉਣ ਤੋਂ ਬਾਅਦ ਮੈਨੂੰ ਦੱਸੋ ਵੀ ਇੰਨੀ ਕੁਇਕ ਸਰਵਿਸ ਕਿਤੇ ਹੋਰ ਹੈਗੀ ਆ ਵੀ ਇੱਕੇ ਦਿਨ ਆਪਣੇ ਪਾਵਰ ਆਫ ਅਟਾਰਨੀ ਬਣੇ ਉਦੋਂ ਹੀ ਰਜਿਸਟਰੀ ਉਦੋਂ ਹੀ ਇੰਤਕਾਲ। ਸੋ ਦੇਅਰ ਇਜ਼ ਸਮਥਿੰਗ ਰੋਂਗ। ਇਹ ਇੱਕ ਜਾਂਚ ਦਾ ਵਿਸ਼ਾ ਹੈ। ਅਸੀਂ ਤੁਹਾਡੇ ਜ਼ਰੀਏ ਇੱਕ ਸਾਰੇ ਡਿਪਾਰਟਮੈਂਟ ਨੂੰ ਚਾਹੁੰਦੇ ਹਾਂ ਵੀ ਇੱਕ ਜਾਂਚ ਹੋਣੀ ਚਾਹੀਦੀ ਹੈ ਔਰ ਇਹਨਾਂ ਨੂੰ ਜੇ ਪਤਾ ਹੁੰਦਾ ਵੀ ਮੇਰੀ ਲੈਂਡ ਦੀ ਕਰੋੜਾਂ ਦੀ ਪ੍ਰਾਪਰਟੀ ਦੀ ਕੀਮਤ ਪੈਣੀ ਹੈ ਤਾਂ ਇਹ 15 ਦਿਨ ਖੜ ਵੀ ਸਕਦੇ ਸੀ। ਕਿਉਂਕਿ ਆਪਣੇ ਜਿਹੜੀ ਮੈਂ ਪਹਿਲਾਂ ਗੱਲ ਕਹਿ ਕੇ ਚੁੱਕਿਆ ਕਿ ਜਿਹੜੇ ਨੋਟੀਫਿਕੇਸ਼ਨ ਆਉਂਦੇ ਆ ਜਾਂ ਅਖਬਾਰਾਂ 'ਚ ਆਉਂਦੇ ਆ, ਉਹ ਸਿਸਟਮ ਇੰਨਾ ਕੁ ਗੰਦਾ ਹੈਗਾ, ਉਹ ਸਭ ਨੂੰ ਜਿਹੜੇ ਅਫਸਰਸ਼ਾਹੀ ਆ ਉਹਨਾਂ ਨੂੰ ਪਤਾ ਹੁੰਦਾ, ਜਾਂ ਕੋਈ ਨਾ ਕੋਈ ਜਿਹੜੇ ਰਾਜਨੀਤਿਕ ਲੋਕ ਆ ਉਹਨਾਂ ਨੂੰ ਪਤਾ ਹੁੰਦਾ, ਆਮ ਲੋਕਾਂ ਨੂੰ ਨਹੀਂ ਪਤਾ ਹੁੰਦਾ। ਇੱਕ ਜਿਹੜਾ ਪਿੰਡ 'ਚ ਪਟਵਾਰੀ ਲੱਗਿਆ, ਤਹਿਸੀਲਦਾਰ ਲੱਗਿਆ, ਉਹਨਾਂ ਦੀਆਂ ਡਿਊਟੀਆਂ ਬਣਦੀਆਂ ਕਿ ਉੱਥੇ ਪਿੰਡ ਜਾ ਕੇ ਮਨਿਆਦੀ ਕਰਨ ਵੀ ਤੁਹਾਡੇ ਇੱਥੋਂ ਸੜਕ ਨਿਕਲਣੀ ਹੈ, ਇੱਥੋਂ ਆ ਨਿਕਲਣਾ, ਫਿਰ ਮੈਂ ਵੇਖੂੰਗਾ ਕਿਹੜਾ ਬੰਦਾ ਕੌਡੀਆਂ ਦੇ ਭਾਅ ਦੀ ਜ਼ਮੀਨ ਪੇਪਰ 'ਚ ਕਢਾਇਆ ਜਾਂਦਾ ਨਾ ਜੀ, ਨੋਟੀਫਿਕੇਸ਼ਨ ਦੇ ਡੇਟ 'ਚ ਕਢਾਇਆ ਜਾਂਦਾ। ਫਿਰ ਉਸ ਤੋਂ ਬਾਅਦ ਜਿਹੜੀ ਇਹਨਾਂ ਨੇ ਲੈਂਡ ਵੇਚੀ ਹੈ, ਇਹਨਾਂ ਨੇ ਜਿੰਨੀ ਅਮਾਉਂਟ ਮੰਗੀ ਹੋਈ ਉਹਨੂੰ ਉਨੀ ਵੇਚੀ ਹੈ। ਇਹਨਾਂ ਨੂੰ ਨੀਡੀ ਹੋਊਗੇ ਤਾਂ ਕੋਈ ਸੌਦਾ ਹੋਇਆ ਜੀ? ਬਿਲਕੁਲ। ਇਹਨਾਂ ਨੇ ਜਿਹੜੀ ਲੈਂਡ ਵੇਚੀ ਹੈ ਇਹ ਤੁਹਾਨੂੰ ਆਪ ਦੱਸ ਦੇਣਗੇ। 61 ਲੱਖ ਦੀ ਵੇਚੀ ਸੀ, ਅਜੇ ਤੱਕ ਇਹਨਾਂ ਨੂੰ ਸਿਰਫ 10 ਲੱਖ ਰੁਪਈਆ ਮਿਲਿਆ, ਉਹ ਵੀ ਸਿਰਫ ਜਿਹੜੀ ਜ਼ਮੀਨ ਉਹਦੇ 'ਚ ਬੈਂਕ ਦੇ ਵਿੱਚ ਜਮ੍ਹਾਂ ਹੋਣਾ ਸੀ। ਬੇਸਿਕਲੀ ਦੇਖੋ ਇਹਦੇ 'ਚ ਦੋ ਚੀਜ਼ਾਂ ਹੁੰਦੀਆਂ, ਕਾਨੂੰਨਨ ਪੱਖ ਤੇ ਸਮਾਜਿਕ ਪੱਖ। ਆਪਾਂ ਸੋਚੀਏ, ਤੁਸੀਂ ਵੀ ਇਸੇ ਸ਼ਹਿਰ ਦੇ ਨੁਮਾਇੰਦੇ ਹੋ, ਸਭ ਤੋਂ ਪਹਿਲਾਂ ਸੋਚਣ ਵਾਲੀ ਗੱਲ ਹੈ ਜੇ ਆਪਾਂ ਇਹਨੂੰ ਕਾਨੂੰਨ ਪੱਖੀ ਲਈਏ, ਜਿਹੜੀ ਤੁਸੀਂ ਵਾਰ-ਵਾਰ ਗੱਲ ਕਹਿ ਰਹੇ ਹੋ ਕਿ ਇਹਨੂੰ ਪਤਾ ਹੋਊਗਾ ਇਹਨੇ ਆਪਦੀ ਮਰਜ਼ੀ ਨਾਲ ਵੇਚੀ, ਨੋ ਡਾਊਟ ਇਹਨੇ ਮਰਜ਼ੀ ਨਾਲ ਵੇਚੀ, ਪਰ ਮੈਨੂੰ ਤੁਸੀਂ ਆਪਦੇ ਆਪ ਤੇ ਲੈ ਕੇ ਇਹ ਗੱਲ ਦੱਸ ਦਿਓ ਜੇ ਤੁਹਾਨੂੰ ਪਤਾ ਹੋਵੇ ਅੱਜ ਤੁਹਾਡੀ ਜ਼ਮੀਨ ਲੱਖ ਦੀ ਹੈ ਤੇ 15 ਦਿਨਾਂ ਨੂੰ ਇਹ 3 ਲੱਖ ਦੀ ਹੋ ਜਾਣੀ ਹੈ। ਜੇ ਤੁਹਾਨੂੰ ਪਤਾ ਹੋਵੇ ਫਿਰ ਤੁਸੀਂ ਵੇਚੋਗੇ। ਸੰਗਤ ਸਾਹਿਬ ਪਬਲਿਕ ਨੋਟਿਸ ਤੱਕ ਕਢਵਾਇਆ ਹੋਣਾ ਨਾ ਕੰਮ? ਪਬਲਿਕ ਨੂੰ ਮੈਂ ਉਹੀ ਵਾਰ-ਵਾਰ ਕਹਿ ਰਿਹਾ, ਪਬਲਿਕ ਨੋਟਿਸ ਅੱਜ ਕੱਲ ਮੈਨੂੰ ਦੱਸੋ ਵੀ ਪਿੰਡਾਂ ਦੇ ਵਿੱਚ ਕਿੰਨਾ ਕੁ ਅਖਬਾਰ ਪੜ੍ਹਨ ਦਾ ਰਿਵਾਜ ਹੈ ਜਾਂ ਕਿਵੇਂ? ਇਹ ਮਹਿਕਮੇ ਦੀ ਬਹੁਤ ਵੱਡੀ ਨਲਾਇਕੀ ਹੈ। ਜਿਹੜੀ ਮਨਿਆਦੀ ਜਿਹੜੇ ਪਿੰਡ ਦੇ ਵਿੱਚੋਂ ਸੜਕ ਨਿਕਲਣੀ ਹੈ, ਪਿੰਡ ਦੇ ਵਿੱਚ ਮਨਿਆਦੀ ਹੋਣੀ ਚਾਹੀਦੀ ਹੈ ਔਰ ਤਹਿਸੀਲਦਾਰਾਂ ਪਟਵਾਰੀਆਂ ਦੀ ਡਿਊਟੀ ਬਣਦੀ ਹੈ ਕਿ ਉੱਥੋਂ ਦੇ ਲੋਕਾਂ ਨੂੰ ਜਾ ਕੇ ਦੱਸਣ ਕਿ ਤੁਹਾਡੇ ਪਿੰਡ ਦੇ ਵਿੱਚੋਂ ਲੈਂਡ ਅਕਵਾਇਰ ਕਰਨੀ ਔਰ ਜਗ੍ਹਾ ਸੜਕ ਨਿਕਲਣੀ। ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਤੇ ਵੀ ਕੱਲ ਆਰੋਪ ਲੱਗੇ, ਉਹਨਾਂ ਨੇ ਕਿਹਾ ਕਿ ਡੀਸੀ ਮੋਗਾ ਨੇ ਇਨਕੁਆਇਰੀ ਮਾਰਕ ਕੀਤੀ ਹੈ ਜੀ, ਕੋਈ ਗੱਲਬਾਤ ਹੋਈ ਤੁਹਾਡੀ? ਦੇਖੋ ਉਹਦੇ ਵਿੱਚ ਜਿਹੜਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਉਹ ਇਸ ਮਹਿਕਮੇ ਦੇ ਹੈੱਡ ਨੇ। ਇਸ ਮਹਿਕਮੇ ਦੀ ਜਿਹੜੀ ਹੈਗੀ ਆ ਰੈਵਨਿਊ ਡਿਪਾਰਟਮੈਂਟ ਉਹ ਦੇਖਦੇ ਨੇ। ਸੋ ਉਹਨਾਂ ਦਾ ਜਿਹੜਾ ਜੇ ਉਹਨਾਂ ਦੇ ਧਿਆਨ 'ਚ ਆਈ ਹੈ ਗੱਲ, ਇਨਕੁਆਇਰੀ ਇਹਦੀ ਹੋਣੀ ਚਾਹੀਦੀ ਹੈ ਔਰ ਇੱਕ ਫੇਅਰ ਇਨਕੁਆਇਰੀ ਜਿਹੜੀ ਹੈਗੀ ਇਹਦੀ ਹੋਣੀ ਚਾਹੀਦੀ ਹੈ। ਜਿਹੜੇ ਇਸ ਤਰ੍ਹਾਂ ਦੇ ਕੇਸ ਹੈ, ਸਪਸ਼ਟ ਗੱਲ ਹੈ ਕਿ ਜਿਹੜੀ ਨੋਟੀਫਿਕੇਸ਼ਨਸ ਤੋਂ ਬਾਅਦ ਜਿਹੜੀਆਂ ਰਜਿਸਟਰੀਆਂ ਹੋਈਆਂ ਸਾਰੀਆਂ ਡਾਊਟਫੁਲ ਹੈ। ਇੱਕ ਇਹਦੇ 'ਚ ਇਹ ਸੋਚਣ ਵਾਲੀ ਗੱਲ ਹੈ, ਇਹ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਮਰਜ਼ੀ ਨਾਲ ਵੇਚੀ ਹੈ, ਜੇ ਮਰਜ਼ੀ ਨਾਲ ਵੇਚੀ ਹੈ ਤਾਂ ਉਹਨਾਂ ਨੇ ਰਜਿਸਟਰੀ ਕਿਵੇਂ ਕਰਾਤੀ? ਮੈਨੂੰ ਜੇ ਪ੍ਰੀ ਨੋਟੀਫਿਕੇਸ਼ਨ ਹੋ ਗਿਆ ਉਸ ਤੋਂ ਬਾਅਦ ਰਜਿਸਟਰੀ ਹੋ ਸਕਦੀ ਕਿ ਨਹੀਂ ਹੋ ਸਕਦੀ? ਰਜਿਸਟਰੀ ਤਾਂ ਇਹਨਾਂ ਨੇ ਕਰਵਾਈ ਹੈ ਜੀ ਯਾਰ ਡਿਪਾਰਟਮੈਂਟ ਜਦੋਂ ਇੱਕ ਲਾਅ ਹੈ, ਜਦੋਂ ਨੋਟੀਫਿਕੇਸ਼ਨ ਹੋ ਗਿਆ ਉਸ ਤੋਂ ਬਾਅਦ ਰਜਿਸਟਰੀ ਹੋ ਸਕਦੀ ਨਹੀਂ ਹੋ ਸਕਦੀ? ਕਿਉਂ ਹੋਈ ਹੈ? ਉਹ ਡਿਪਾਰਟਮੈਂਟ ਦੀ ਨੈਗਲੀਜੈਂਸੀ ਹੈ। ਨੈਗਲੀਜੈਂਸੀ ਨਹੀਂ, ਮਿਲੀ ਭੁਗਤ ਹੈ। ਕੁਝ ਵੀ ਕਹ ਲਓ, ਕੁਝ ਵੀ ਕਹ ਲਓ, ਵਾਟਐਵਰ ਇਟਸ ਪਾਰਟ ਆਫ ਇਨਵੈਸਟੀਗੇਸ਼ਨ। ਕਿੱਥੋਂ ਦਾ ਰਹਿਣ ਵਾਲਾ ਹੈ ਔਰ ਤੇਰਾ ਜ਼ਮੀਨ ਦਾ ਸੌਦਾ ਜਿਹੜਾ ਕਿੰਨੀ ਜ਼ਮੀਨ ਹੈ ਕਿਹਦੇ ਨਾਲ ਹੋਇਆ? ਮੈਂ ਮੋਗੇ ਦਾ ਰਹਿਣ ਵਾਲਾ, ਬੱਗਿਆਂ ਵਾਸਤੇ ਕਲਾ ਰੋਡ। ਮੇਰਾ ਸੁਭਾਸ਼ ਸਹਿਗਲ ਦੇ ਨਾਲ ਜ਼ਮੀਨ ਦਾ ਸੌਦਾ ਹੋਇਆ ਸੀ 61 ਲੱਖ ਦੇ ਵਿੱਚ ਕਿੱਲੇ ਦਾ ਹੋਇਆ ਸੀ।
ਪਿੱਛੋਂ ਉਹਨੇ ਮੇਥੋਂ ਧੋਖੇ ਨਾਲ ਅੱਗੋਂ ਕਰਾ ਲਈ ਰਜਿਸਟਰੀ, ਤੇ ਬਾਅਦ ਚੋਂ ਜਦੋਂ ਰਜਿਸਟਰੀ ਹੋ ਗਈ ਮੈਨੂੰ ਕਹਿੰਦੇ ਵੀ ਅਸੀਂ ਤੇਰਾ ਖੇਤਾਂ 'ਚ ਘਰ, ਅਸੀਂ ਤੈਨੂੰ ਆਪ ਪੈਸੇ ਦੇ ਕੇ ਆਵਾਂਗੇ। ਬਾਅਦ ਚੋਂ ਪੈਸਾ ਕੋਈ ਨਹੀਂ ਮਿਲਿਆ, ਬਸ ਕੱਲੀ ਲਿਮਟ ਤਰੀ ਹੈ ਜੀ। ਹੁਣ ਤੱਕ ਕਿੰਨੇ ਪੈਸੇ ਮਿਲ ਚੁੱਕੇ ਤੁਹਾਨੂੰ? 10.5 ਲੱਖ ਦੀ ਲਿਮਟ ਤਰੀ ਹੈ ਜੀ ਕੱਲੀ। ਧੋਖੇ ਨਾਲ ਕਿਵੇਂ ਕਰਾਈ ਗਈ ਰਜਿਸਟਰੀ ਦਾ? ਧੋਖੇ ਨਾਲ ਕਹਿੰਦਾ ਵੀ ਜਿਵੇਂ ਕਚਹਿਰੀਆਂ ਦੇ ਵਿੱਚ ਰਜਿਸਟਰੀ ਹੋਈ, ਮੈਨੂੰ ਕਹਿੰਦੇ ਵੀ ਪੈਸੇ ਤੈਨੂੰ ਦੇਵਾਂਗੇ, ਘਰੇ ਜਾ ਕੇ ਦੇ ਦਿਆਂਗੇ, ਤੇਰੀ ਵਾਈਫ ਆ, ਤੇਰੀ ਮਾਤਾ ਵਾ, ਸਾਰਿਆਂ ਦੇ ਸਾਹਮਣੇ ਦੇਵਾਂਗੇ। ਬਾਅਦ ਚੋਂ ਕੋਈ ਨਹੀਂ ਆਇਆ। ਤੇ ਇਸ ਸੰਬੰਧੀ ਕੋਈ ਪੁਲਿਸ ਕੰਪਲੇਂਟ ਜਾਂ ਕੁਝ ਤੁਸੀਂ ਕੀਤਾ ਹੋਵੇ, ਅਪਰੋਚ ਕੀਤੀ ਹੋਵੇ? ਇਹਦਾ ਲਿਖਾ ਵੀ ਅਗਲਾ ਲਿਆ। ਉਹ ਪਤਾ ਕੀ ਹੈ ਵੀਰੇ, ਜਿੱਦੇ ਰਜਿਸਟਰੀ ਤੋਂ ਉਸ ਤੋਂ ਬਾਅਦ ਤੁਹਾਨੂੰ ਵੀ ਪਤਾ ਥੋੜੇ ਦਿਨਾਂ ਮਗਰੋਂ ਲਾਕਡਾਊਨ ਹੋ ਗਿਆ ਜੀ। ਲਾਕਡਾਊਨ ਦੇ ਵਿੱਚ ਤੁਹਾਨੂੰ ਵੀ ਪਤਾ ਕੀ ਕਾਰਵਾਈ ਹੋਣੀ ਸੀ। ਹੁਣ ਖੁੱਲਿਆ, ਹੁਣ ਅਸੀਂ ਆਏ ਹਾਂ। ਤੁਸੀਂ ਪਾਵਰ ਆਫ ਟਰਨਿੰਗ ਕੈਂਸਲ ਵੀ ਕਰਾਉਣ ਗਏ ਸੀ ਅਗਲੇ ਦਿਨ? ਹਾਂਜੀ, ਤੁਹਾਨੂੰ ਮੈਂ ਦੱਸਦਾ ਜੀ, ਮੈਨੂੰ ਜਦੋਂ ਪਾਵਰ ਆਫ ਟਰਨਿੰਗ ਲਈ ਜੀ, ਉਹ ਵੀ ਮੈਂ ਕੈਂਸਲ ਕਰਾਉਣ ਗਿਆ। ਮੇਰੇ ਕੋਲੇ ਬਕਾਇਦਾ ਰਸੀਦਾਂ ਵਾ, ਪਰ ਮੈਨੂੰ ਉੱਥੋਂ ਕੁਛ ਨਹੀਂ ਕੱਢ ਕੇ ਦਿੱਤਾ ਗਿਆ ਜੀ। ਜੋ ਨਕਲ ਮਿਲਦੀ ਆ, ਕਿਸੇ ਨੇ ਕੋਈ ਨਕਲ ਨਹੀਂ ਕੱਢ ਕੇ ਦਿੱਤੀ ਗਈ। ਉਹ ਤੋਂ ਬਾਅਦ ਚੋਂ ਤਾਂ ਸਮਝ ਮੈਨੂੰ ਪਤਾ ਲੱਗਿਆ ਵੀ ਇਹਨੇ ਰਜਿਸਟਰੀ ਵੀ ਕਰਾਤੀ, ਆ ਵੀ ਕਰਾਤੀ। ਉਹ ਤੋਂ ਬਾਅਦ ਚੋਂ ਲਾਕਡਾਊਨ ਹੋ ਗਿਆ। ਮੈਂ ਹੁਣ ਸਰ ਕੋਲੇ ਆਇਆ ਇੱਥੇ। ਹੁਣ ਤੁਹਾਡੀ ਜ਼ਮੀਨ ਦਾ ਬਿਆਨਾ ਬੁਨਾ ਵੀ ਹੋਇਆ ਸੀਗਾ? ਇਕਰਾਰਨਾਮਾ ਹੋਇਆ ਜੋ ਸੌਦਾ ਹੋਇਆ ਕਿੰਨੇ 'ਚ ਹੋਇਆ ਹੈਗਾ? 61 ਲੱਖ ਸੀ। ਕਿੰਨੇ, ਕਦੋਂ ਹੋਇਆ ਸੀਗਾ? ਕਦੋਂ ਹੋਇਆ ਸੀਗਾ ਕਿਹੜੀ ਤਰੀਕ ਨੂੰ ਹੋਇਆ ਇਕਰਾਰਨਾਮਾ? ਇਕਰਾਰਨਾਮਾ ਬਿਆਨਾ? ਬਿਆਨਾ ਤਾਂ ਉਦਾਂ ਕਿਹੜੇ ਤਰੀਕ ਨੂੰ ਹੋਈ ਸੀ ਉਹ? ਉਹ ਮੇਰੇ ਭਰਾ ਵੀ ਰਿਸ਼ਤੇਦਾਰ ਬਣਿਆ ਹੋਇਆ ਸੀਗਾ ਜੀ, ਵੀ ਉਵੇਂ ਇਹ ਜਿਹੜੀ ਪ੍ਰਾਪਰਟੀ ਹੈਗੀ ਹੈ ਤੁਹਾਡੇ ਨਾਮ ਤੇ ਸੀਗੀ ਕਿ ਤੁਹਾਡੇ ਫਾਦਰ ਦੇ ਨਾਮ ਤੇ? ਮੇਰੇ ਨਾਮ ਤੇ ਸੀ। ਤੁਹਾਡੇ ਪਰਸਨਲ ਨਾਮ ਤੇ ਸੀ? ਹਾਂਜੀ, ਕਿੰਨੀ ਪ੍ਰਾਪਰਟੀ ਸੀ? 2 ਕਿੱਲੇ। 2 ਕਿੱਲਿਆਂ ਚੋਂ 1 ਕਿੱਲਾ ਉਹਨਾਂ ਨੇ ਕਰਵਾ ਲਿਆ ਸੀਗਾ, ਦੂਜਾ ਕਿੱਲਾ ਉਹ ਤੁਹਾਡੇ ਨਾਮ ਤੇ ਹੀ ਹਜੇ, ਕਿ ਉਹ ਵੀ ਨਾਲ ਉਹਨਾਂ ਨੇ ਕਰਵਾ ਲਿਆ? ਉਹ ਵੀ ਨਾਲ ਕਹਿੰਦੇ ਸੀਗੇ ਵੀ ਬਾਅਦ ਚੋਂ ਕਰ ਲਾਂਗੇ, ਪਰ ਹਲੇ ਕੁਛ ਬਾਅਦ ਚੋਂ ਅਜੇ 1 ਕਿੱਲੇ ਦਾ ਸੌਦਾ ਹੋਇਆ ਤੁਹਾਡਾ? ਹਾਂਜੀ, ਕਿੱਲੇ ਦਾ ਪਿਛਲੇ ਦਾ ਸੌਦਾ ਹੋਇਆ। ਬਾਅਦ ਤੇ ਵਿੱਚ ਕਿਵੇਂ ਤੁਸੀਂ ਉਹਨਾਂ ਦੀ ਗੱਲਾਂ 'ਚ ਕਿਵੇਂ ਆਏ? ਕੀ ਗੱਲ ਹੋਈ ਸੀ ਸਰ? ਕਿਸ ਤਰ੍ਹਾਂ ਦਾ ਲਾਲਚ ਜਿਹੜਾ ਤੁਹਾਨੂੰ ਦਿੱਤਾ ਗਿਆ ਸੀ? ਸਾਨੂੰ ਇਹ ਲਾਲਚ ਦਿੱਤਾ ਗਿਆ ਇੱਕ ਮਿੰਟ ਹਾਂਜੀ ਸਾਨੂੰ ਸਰ। ਪਤਾ ਕਿੱਦਾਂ ਵੀ ਉਹਨਾਂ ਨੇ ਪਹਿਲੋਂ ਸਾਡੇ ਵੀ ਤਾਏ ਕੀ ਜ਼ਮੀਨ ਖਰੀਦੀ ਸੀ, ਆਉਂਦਾ ਜਾਂਦਾ ਸੀ ਸਾਡੇ ਘਰੇ ਵਧੀਆ, ਵੀ ਐ ਕੋਈ ਉਦਾਂ ਦੀ ਗੱਲਬਾਤ ਨਹੀਂ ਸੀ। ਉਹਦਾ ਜਿਹੜਾ ਮੁੰਡਾ ਉਹ ਮੈਨੂੰ ਭਰਾ ਕਹਿੰਦਾ ਸੀਗਾ ਜੀ। ਤੇ ਤੁਹਾਨੂੰ ਜ਼ਮੀਨ ਵੇਚਣ ਲਈ ਉਹਨਾਂ ਨੇ ਕਿਹਾ ਜਾਂ ਤੁਸੀਂ ਉਹਨਾਂ ਨੂੰ ਅਪਰੋਚ ਕੀਤੀ ਇਹ ਵੀ ਜ਼ਮੀਨ ਵੇਚਣੀ ਹੈਗੀ ਹੈ? ਨਹੀਂ, ਅਸੀਂ ਪਹਿਲੋਂ ਕਹਿੰਦੇ ਸੀਗੇ ਤੁਹਾਨੂੰ, ਵੀ ਬਾਅਦ ਚੋਂ ਅਸੀਂ ਰਾਇ ਕੈਂਸਲ ਕਰਤੀ ਸੀ। ਬਾਅਦ ਚੋਂ ਇੱਕੇ ਦਾ ਮੂੰਹ ਆਣ ਕੇ ਕਹਿਣ ਲੱਗੇ ਕੋਈ ਨਹੀਂ ਤੁਸੀਂ ਮੇਰੇ ਨਾਲ ਕਰੋ, ਤੁਹਾਨੂੰ ਮੈਂ ਵਾਧੂ ਪੈਸੇ ਵਟਾ ਦੂੰਗਾ। ਕਿੰਨੇ ਪੈਸੇ ਮੰਗੇ ਸੀ ਔਰ ਕਿੰਨੇ ਚ ਸੌਦਾ ਹੋਇਆ ਜੀ? ਤੁਸੀਂ ਕਿੰਨੇ ਪੈਸੇ ਮੰਗੇ ਸੀ ਜ਼ਮੀਨ ਦੇ, ਕਿੰਨੇ ਚ ਸੌਦਾ? ਸਾਡਾ 61 ਚ ਲੋਕ ਸੌਦਾ ਹੋਇਆ। ਹਾਂਜੀ। 65 ਮੰਗਿਆ ਸੀ, 61 ਚ ਸੌਦਾ ਹੋਇਆ ਸੀ। ਤੁਹਾਨੂੰ ਜਦੋਂ ਤੁਹਾਨੂੰ ਪਤਾ ਸੀਗਾ ਕਿ ਇੱਥੋਂ ਸੜਕ ਨਿਕਲਣੀ ਹੈ? ਨਹੀਂ ਸਰ, ਨਹੀਂ ਜੇ ਸਾਨੂੰ ਪਤਾ ਪਤਾ ਹੁੰਦਾ ਸੀ, ਧੋਖਾ ਖਾਂਦੇ ਨਹੀਂ ਸੀ। ਬਟ ਨਹੀਂ, ਜਦੋਂ ਤੁਹਾਨੂੰ ਬੰਗਿਆਂ ਦੇ ਬਸਤੀ ਦੇ ਵਿੱਚ ਹਰ ਬੰਦੇ ਨੂੰ ਪਤਾ ਜਿਹਨਾਂ ਦੀ ਪ੍ਰਾਪਰਟੀ ਸੀ ਵੀ ਇੱਥੋਂ ਸੜਕ ਨਿਕਲ ਰਹੀ ਹੈਗੀ ਹੈ। ਸਰ ਉਦੋਂ ਨਹੀਂ ਸੀ ਪਤਾ ਜੀ। ਆ ਹੁਣ ਜਦੋਂ ਲੱਗਿਆ ਨਾ, ਨਿਸ਼ਾਨ ਲੱਗਿਆ, ਉਦੋਂ ਪਤਾ ਲੱਗਿਆ ਜੀ। ਅਜੇ ਪਾਵਰ ਆਫ ਪਹਿਲਾਂ ਕਿਸੇ ਨੂੰ ਨਹੀਂ ਸੀ ਪਤਾ। ਕਿਸ ਡੇਟ में की थी पावर ऑफ 17 17 फरवरी। ਹਾਂਜੀ उसी दिन इन्होंने रजिस्ट्री करा ली? ਹਾਂਜੀ उसी दिन। ਹਾਂਜੀ। ਮਤੇ ਦਿਓ ਜਾਣਕਾਰੀ, ਕਿਸ ਤਰ੍ਹਾਂ ਦਾ ਜਿਹੜਾ ਕਪਲਾ ਤੁਹਾਡੇ ਨਾਲ ਜਾਂ ਧੋਖਾ ਹੋਇਆ, ਸਾਰੀ ਜਾਣਕਾਰੀ ਦਿਓ। ਪਹਿਲਾਂ ਤਾਂ ਮੇਰੇ ਵੀਰੇ ਨੂੰ ਸਾਰਿਆਂ ਨੂੰ ਦੱਸੇ ਕੋਲ ਆਇਆ ਤੇ ਮੈਂ ਨਾ ਜ਼ਮੀਨ ਸਵੇਰੇ ਕੋਲ ਕਿੱਲੇ ਬੇਟੇ ਦੇ ਨਾਲ ਤੇ ਮੈਂ ਵੇਚੀ ਆ। ਮਗਰਲਾ ਪਾਸਾ ਅਸੀਂ ਦੇਖਿਆ ਵੇਚਿਆ ਵਾ, ਉਹਦੇ ਵਿੱਚ 61 ਲੱਖ ਦਾ ਸਾਡਾ ਸੌਦਾ ਹੋਇਆ ਵਾ, ਉਹਦੇ ਵਿੱਚ ਐਡ ਵੀ ਗਈ ਆ। ਇਹਨੇ ਮੂਹਰੋਂ ਜਾ ਕੇ ਪਕੜ ਲਿਆ, ਮੂਹਰੋਂ ਬੇਟੇ ਨਾਲ ਧੋਖੇ ਨਾਲ ਰਜਿਸਟਰੀ ਕਰਵਾ ਲਈ। ਜਦੋਂ ਸਾਨੂੰ ਪਤਾ ਲੱਗਿਆ ਕਿ ਬੇਟੇ ਤੋਂ ਮੂਹਰਲੇ ਕਿੱਲੇ ਦੀ ਰਜਿਸਟਰੀ ਕਰਵਾ ਲਈ ਆ, ਅਸੀਂ ਭੱਜ ਨੱਠ ਕੀਤੀ। ਇਹ ਅੱਧੇ ਕਿੱਲੇ ਦੀ ਤਾਂ ਰਜਿਸਟਰੀ ਕਰਾ ਲਈ, ਅੱਧੇ ਦੀ ਇਹਨੇ ਪਾਵਰ ਟਰਨੀ ਲੈ ਲਈ। ਕਿ ਪਾਵਰ ਟਰਨੀ ਲੈ ਕੇ ਉਸੇ ਟਾਈਮ ਹੀ ਇਹਦੀ ਰਜਿਸਟਰੀ ਕਰਾ ਕੇ ਉਸੇ ਟਾਈਮ ਹੀ ਇੰਤਕਾਲ ਕਰਾ ਲਿਆ। ਜਦੋਂ ਸਾਨੂੰ ਪਤਾ ਲੱਗਿਆ, ਅਸੀਂ 1-2 ਬੰਦਿਆਂ ਕੋਲ ਗਏ, ਕਹਿੰਦੇ ਕੋਈ ਨਹੀਂ ਤੁਹਾਨੂੰ ਪੈਸੇ ਦਵਾ ਦਿੰਦੇ ਆ, ਤੁਹਾਨੂੰ ਪੈਸੇ ਦਵਾ ਦਿੰਦੇ। ਸਾਨੂੰ ਕੁਛ ਨਹੀਂ ਮਿਲਿਆ ਇਸ ਟਾਈਮ। ਜਿਹੜੀ ਸੀਗੀ ਸਾਡੀ ਇੱਕ ਲਿਮਟ, ਉਹ ਸਿਰਫ ਤਾਰੀ ਇਹਨੇ 2-2 ਪਤਾ ਨਹੀਂ ਲੱਖ ਕਰਕੇ, ਪਤਾ ਨਹੀਂ 3-3 ਲੱਖ ਕਰਕੇ। ਜਦੋਂ ਸਾਨੂੰ ਹੁਣ ਪਤਾ ਲੱਗਿਆ, ਫਿਰ ਬਾਅਦ 'ਚ ਲਾਕਡਾਊਨ ਆ ਗਿਆ। ਲਾਕਡਾਊਨ ਤੋਂ ਬਾਅਦ ਦਾ ਬੇਟਾ ਵੀ ਇਸ ਤਰ੍ਹਾਂ ਦਾ ਕਿ ਇਹਦਾ ਥੋੜ੍ਹਾ ਜਿਹਾ ਦਿਮਾਗ ਇਸ ਤਰ੍ਹਾਂ ਹੀ ਹੈ, ਨਸ਼ੇ ਪੱਤਾ ਕਰਦਾ ਹੈ। ਹੁਣ 2-3 ਬੰਦਿਆਂ ਕੋਲ ਗੱਲ ਕੀਤੀ, ਕਹਿੰਦਾ ਮੈਂ ਅੱਜ ਪੈਸੇ ਦੇਣਾ, ਮੈਂ ਕੱਲ੍ਹ ਪੈਸੇ ਦੇਣਾ। ਮੈਨੂੰ ਸਾਨੂੰ ਕੁਛ ਨਹੀਂ ਦਿੱਤਾ। ਅਸੀਂ ਹੁਣ ਘਰੋਂ ਆਉਣ 'ਤੇ ਮਜਬੂਰ ਹੋਏ ਪਏ ਕਿ ਲੈਣ ਦੇਣ ਜਿਹਨੇ ਆਉਣਾ ਉਹ ਮੇਰੇ ਘਰ ਆ ਕੇ ਬੈਠਦਾ ਹੈ। ਜਦੋਂ ਆਏ ਕੋਈ ਨਾ ਕੋਈ ਆਉਂਦਾ ਹੋਵੇ, ਮੇਰਾ ਦਿਮਾਗ ਕੁਛ ਤੇਰੇ ਕੋਲ ਕੀ ਕਰ ਹੁੰਦੀ ਕਿ ਮੈਂ ਆਪਦੀ ਜ਼ਿੰਦਗੀ ਦੀ ਮਾਰੀ ਹੈ ਬਹੁਤ ਜ਼ਿਆਦਾ ਔਖੀ ਹੋ ਗਈ। ਇੱਥੋਂ ਤੱਕ ਮੁਸ਼ਕਿਲ ਲੱਗੀ ਹੈ ਕਿ ਮੈਨੂੰ ਇਹਦੇ ਨੂੰ ਸਾਫ਼ ਹੋਣਾ ਚਾਹੀਦਾ ਵਾ। ਮੇਰੇ ਬੇਟੇ ਨਾਲ ਇਹਦਾ ਧੋਖਾ ਨਹੀਂ ਹੋਣਾ ਚਾਹੀਦਾ। ਪਾਵਰ ਆਫ ਟਰਨੀ ਜਿਹੜੀ ਹੈਗੀ ਹੈ ਕਿਹਦੇ ਨਾਂ ਤੇ ਲੱਗੀ? ਪਾਵਰ ਟਰਨੀ ਵਿਸ਼ਵਾਸ ਦੇ ਨਾਲ। ਜਦੋਂ ਸਾਈਕਲ। ਰਜਿਸਟਰੀ ਜ਼ਮੀਨ ਇਹਦੇ ਨਾਂ ਹੈਗੀ ਹੈ, ਹਾਂਜੀ। ਰਜਿਸਟਰੀ ਜਾ ਕੇ ਕਰਾ ਸਕਦਾ ਹੈ। ਪਾਵਰ ਆਫ ਟਰਨੀ ਦੀ ਕੀ ਜ਼ਰੂਰਤ? ਪਾਵਰ ਟਰਨੀ ਇਹਨੂੰ ਨਾਲ ਲੈ ਗਿਆ। ਇਹ ਨਸ਼ਾ ਕਰਦਾ, ਇਹਨੂੰ ਪਤਾ ਨਹੀਂ ਲੱਗਿਆ ਵੀ ਕੀ ਹੋਇਆ ਕੀ ਨਹੀਂ। ਕੀ ਨਸ਼ਾ ਕਰਦਾ ਜੀ? ਇਹਨਾਂ ਕਦੋਂ ਤੋਂ ਕਰਦਾ? ਇਹ ਨਸ਼ੇ ਦਾ ਮੈਨੂੰ ਨਹੀਂ ਪਤਾ ਲੱਗਿਆ ਕਦੋਂ ਤੋਂ ਕਰਦਾ। ਸਾਨੂੰ ਤਾਂ ਹੁਣ ਹੀ ਪਤਾ ਲੱਗਿਆ ਜਦੋਂ ਉਹ ਥੋੜ੍ਹੇ ਪੈਸੇ ਦੇਣ ਲੱਗ ਪਿਆ, ਜ਼ਿਆਦਾ ਕਰਨ ਲੱਗ ਪਿਆ। ਉਦੋਂ ਬੇਟਾ ਬੁਲਾ ਲੈਂਦਾ ਸੀ, ਮੈਨੂੰ ਨਹੀਂ ਪਤਾ ਉਹ ਨਸ਼ਾ ਦਿੰਦਾ ਸੀ, ਮੈਨੂੰ ਨਹੀਂ ਪਤਾ ਉਹ ਪੈਸੇ ਦਿੰਦਾ ਸੀ। ਕੌਣ? ਉਹਦਾ ਬੇਟੇ ਦਾ ਨਾਂ ਨਹੀਂ ਮੈਂ ਜਾਣਦੀ ਕੀ ਨਾਂ। ਉਹ
ਬੁਲਾ ਲੈਂਦਾ ਸੀ ਕਿ ਜਦੋਂ ਅਸੀਂ ਫੋਨ ਲਾਉਣਾ ਸਾਨੂੰ ਪੈਸੇ ਘਰੇ ਦੇ ਕੇ ਜਾਓ, ਸਾਨੂੰ ਲੋੜ ਆ ਸਾਡੀ ਬੇਟੀ ਹੈ ਛੋਟੀ ਜਿਹੀ 1.5 ਸਾਲ ਦੀ ਕਿ ਅਸੀਂ ਬੱਚੇ ਨੂੰ ਕੁਝ ਖਾਣ ਪੀਣ ਨੂੰ ਵੀ ਦੇਣਾ, ਮੇਰੀ ਨੂੰਹ ਆ ਘਰੇ ਕੁਛ ਮੈਨੂੰ ਉਹਨੂੰ ਵੀ ਲਿਆਣ ਕੇ ਦੇਣਾ ਪੈਂਦਾ, ਪਰ ਉਹ ਉਸ ਗੱਲ ਤੇ ਨਹੀਂ ਸੀ ਆਉਂਦਾ। ਜਦੋਂ ਉਹਨੇ ਆਉਣਾ ਘਰੇ ਆਣ ਕੇ ਸ਼ਾਮ ਕੋਈ ਨਹੀਂ, ਮੈਂ ਸਵੇਰੇ ਜਾਊਂ, ਮੈਂ ਇੱਕ ਦਿਨ ਮੈਂ 5 ਫੋਨ ਲਾਏ, ਮੈਂ ਕਿਹਾ ਮੈਨੂੰ ਪੈਸੇ ਦੇ ਕੇ ਜਾ, ਮੇਰੇ ਘਰ ਕੋਈ ਆਇਆ, ਮੈਨੂੰ ਜ਼ਰੂਰੀ ਲੋੜ ਆ। ਮੈਨੂੰ ਕਹਿੰਦਾ 8 ਵਜੇ ਤੋਂ ਪਹਿਲਾਂ ਫੋਨ ਨਾ ਲਾਇਆ ਤੇ ਅਸੀਂ ਪਾਠ ਕਰਦੇ ਹਾਂ। ਫਿਰ ਮੈਂ ਫੋਨ ਲਾਇਆ 2 ਵਜੇ, ਕਹਿੰਦਾ ਮੇਰੇ ਕੋਲ ਹਜੇ ਟਾਈਮ ਨਹੀਂ, ਮੈਂ 4 ਵਜੇ ਮੈਂ ਫਿਰ ਫੋਨ ਲਾਇਆ, ਫੋਨ ਨਹੀਂ ਚੱਕਿਆ ਉਹਨੇ। ਫਿਰ ਮੈਂ 5 ਵਜੇ ਫੋਨ ਲਾਇਆ, ਫਿਰ ਵੀ 5 ਵਜੇ ਨਹੀਂ ਚੱਕਿਆ। ਇਹ ਸੁਭਾਸ਼ਣ ਦਾ ਕਿੱਥੇ ਹੈ? ਇਹਦਾ ਮੈਨੂੰ ਨਹੀਂ ਪਤਾ ਵੀਰ ਜੀ, ਸਾਡੇ ਕੋਲੋਂ ਖੇਤ ਆਉਂਦਾ ਹੁੰਦਾ ਸੀ, ਮੇਰੇ ਜੇਠ ਨੇ ਪੈਲੀ ਵੇਚੀ ਸੀ, ਉੱਥੋਂ ਜਾਂਦੀ ਜਾਣ ਪਛਾਣ ਜੀ ਇੱਕ ਦੂਜੇ ਨਾਲ ਅਸੀਂ ਇਕੱਠੇ ਬੈਠਦੇ ਸੀ, ਸਾਡੀ ਜਾਣ ਪਛਾਣ ਹੋ ਗਈ। ਮੈਨੂੰ ਕਹਿੰਦਾ ਤੁਸੀਂ, ਮੈਂ ਕਿਹਾ ਵੀਰ ਜੀ ਮੈਂ ਬਹੁਤ ਔਖੀ ਹਾਂ, ਮੈਂ ਬਹੁਤ ਲੋਕਾਂ ਦਾ ਕਰਜ਼ਾ ਦੇਣਾ ਵਾ, ਮੈਂ ਵੀ ਚੱਲ ਦੇਖਦੀ ਜੇ ਮੈਨੂੰ ਤੁਸੀਂ ਪੈਲੀ ਖਰੀਦ ਲਈ ਤਾਂ ਵੀ ਮੈਂ ਆਪ ਦਾ ਕਰਜ਼ਾ ਲਾ ਦੂੰ। ਮਤਲਬ ਇਹ ਚੀਜ਼ ਤਾਂ ਸਹੀ ਹੈਗੀ ਆ ਵੀ ਜ਼ਮੀਨ ਤੁਸੀਂ ਵੇਚਣੀ ਜੀ ਵੇਚੀ ਹੈਗੀ ਹੈ, ਪਰ ਉਹਨੇ ਗਲਤੀ ਨਾਲ ਜਿਹੜੀ ਜ਼ਮੀਨ ਦੂਜੇ ਨੰਬਰ ਤੇ ਰਜਿਸਟਰੀ ਕਰਾ ਲਈ। 60 ਲੱਖ ਨੂੰ ਮਗਰਲੇ ਕਿੱਲੇ ਦਾ ਸੌਦਾ ਪਿਆ ਸਾਡਾ, ਪਰ ਰਜਿਸਟਰੀ ਦੇ ਪਿੰਡ ਮੂਹਰੇ ਨਹੀਂ ਕਰਾ ਲਈ ਤੇ ਰਜਿਸਟਰੀ ਮੂਹਰੇ ਕਰਾ ਕੇ ਮੂਹਰੇ ਹੀ ਬਦਲ ਗਿਆ। ਜਦੋਂ ਉਸਨੇ ਕਹਿਣ ਲੱਗੇ 1-2 ਬੰਦਿਆਂ ਨੂੰ ਵੀ ਇਹਨੇ ਮੂਹਰੇ ਬਦਲਿਆ, ਕਹਿੰਦੇ ਚੱਲ ਆਪਾਂ ਕਰਦੇ, ਮੁੜ ਕੇ ਲੋਕਡਾਊਨ ਆ ਤਾਂ ਮੁੜ ਕੇ ਸਭ ਕੁਝ ਹੋਇਆ। ਤੁਹਾਡੇ ਮਗਰ ਜਾਣਾ ਤੇ ਰਾਹ ਛੱਡਿਆ ਹੋਇਆ ਜੀ? ਹਾਂਜੀ ਕੁਝ ਨਹੀਂ ਛੱਡਿਆ ਸਾਨੂੰ। ਰਾਹ ਦਿੱਤਾ ਤੁਹਾਨੂੰ ਉਹਨੇ ਜਦੋਂ ਪਹਿਲੇ ਹਿੱਸੇ ਦੀ ਰਜਿਸਟਰੀ ਕਰਾਈ, ਮਗਰ ਜਾਣਾ ਤੇ ਰਾਹ ਦਿੱਤਾ ਜੀ ਕਿਸੇ ਉਹਨੂੰ? ਦੇ ਰਾਹ ਵਿੱਚ ਵੀ ਲੰਘਦੇ ਸਮਝਾ ਜੀ ਕਿਤੇ ਰਾਹ ਨਹੀਂ ਦਿੱਤਾ। ਮਾਤਾ ਜੀ ਕਿਸ ਤਰ੍ਹਾਂ ਦੀ ਮੰਗ ਤੁਸੀਂ ਕਰਦੇ ਹੋ? ਮੈਂ ਤਾਂ ਇਹ ਮੰਗ ਕਰਦੀ ਹਾਂ ਕਿ ਮੇਰੀ ਰਜਿਸਟਰੀ ਰੱਦ ਹੋਣੀ ਚਾਹੀਦੀ, ਮੇਰੇ ਬੱਚੇ ਦਾ ਹੱਕ ਮਿਲਣਾ ਚਾਹੀਦਾ, ਜੋ ਸਰਕਾਰ ਤੋਂ ਮਿਲਦਾ ਉਹ ਮਿਲਣਾ। ਤੇ ਸੰਬੰਧ ਵਿੱਚ ਕਿਸੇ ਨੂੰ ਤੁਸੀਂ ਐਪਲੀਕੇਸ਼ਨ ਦਿੱਤੀ ਹੋਵੇ? ਅਸੀਂ ਕਿਸੇ ਡੀਸੀ ਸਾਹਿਬ ਨੂੰ ਮਿਲਣਾ। ਪੰਜਾਬ ਦਰਪਣ ਨਿਊਜ਼ ਲਈ ਜ਼ਿਲ੍ਹਾ ਮੋਗਾ ਤੋਂ ਰਾਮ ਸ਼ਰਮਾ ਅਤੇ ਗੁਰਦੇਵ ਖੁਰਾਣਾ ਦੀ ਵਿਸ਼ੇਸ਼ ਰਿਪੋਰਟ।